ਅੱਜ ਇੱਕ ਏਕੜ ਦੇ ਵਿੱਚੋਂ 30,000 ਤੋਂ 50,000 ਤੱਕ ਦੀ ਆਮਦਨ ਹੁੰਦੀ ਹੈ। ਮੋਦੀ ਜੀ ਚਾਹੁੰਦੇ ਨੇ ਕਿ ਲੱਖਾਂ ਰੁਪਏ ਦੀ ਆਮਦਨ ਹੋਏ। जिस वे नरेंद्र मोदी जी ने मत्था टेकिया सीगा उस वे उन्होंने कहा सी कि मेरे को दो रस्ते ने, एक तो मैं मोहन प्रधानमंत्री मनमोहन सिंह जी अगू मोहन जी जिन्हों का ना ही मोहन सिंह सी उन्होंने आगू चुप करके बैठा रहा तो टाइम पास करा, पर मैं ऐसा प्रधानमंत्री नहीं बनागा। मैं इस देश को बदलांगा जिस तरह सिंगापुर बदलिया गया, जिस तरह USA बदलिया गया। मोदी जी तो ज्यादा किसानों का शुभ चिंतक किहड़ा हो सकता है, पंजाबियों का शुभ चिंतक किहड़ा हो सकता है। देखो कदों तो स्वामीनाथन रिपोर्ट आई हुई सी, पर स्वामीनाथन रिपोर्ट मिनिमम सपोर्ट प्राइस 1.5 गुनी किन्ने की? मोदी जी ने की, और कोई लफ्ज़ाई नहीं की। कांग्रेसी वांगू झूठे वादे नहीं किए। 1.5 गुना प्राइस हुई, वह डाटा प्रेस कोल और सारे देश को है। ਜਿੱਥੇ ਕਿਸਾਨਾਂ ਵੱਲੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਵਿੱਚ ਧਰਨੇ ਦਿੱਤੇ ਜਾ ਰਹੇ ਹਨ, ਉੱਥੇ ਹੀ ਅੰਮ੍ਰਿਤਸਰ ਤੋਂ ਭਾਜਪਾ ਸੰਸਦ ਸ਼ਵੇਤ ਮਲਿਕ ਵੱਲੋਂ ਇਨ੍ਹਾਂ ਖੇਤੀ ਕਾਨੂੰਨਾਂ ਦਾ ਸਮਰਥਨ ਕੀਤਾ ਜਾ ਰਿਹਾ ਹੈ। ਅੰਮ੍ਰਿਤਸਰ ਵਿੱਚ ਇੱਕ ਪ੍ਰੈਸ ਵਾਰਤਾ ਨੂੰ ਸੰਬੋਧਿਤ ਕਰਦਿਆਂ ਸ਼ਵੇਤ ਮਲਿਕ ਨੇ ਕਿਹਾ ਕਿ ਖੇਤੀਬਾੜੀ ਕਾਨੂੰਨ ਜੋ ਕੇਂਦਰ ਸਰਕਾਰ ਦੁਆਰਾ ਬਣਾਏ ਗਏ ਹਨ ਉਹ ਬਿਲਕੁਲ ਠੀਕ ਹਨ, ਪਰ ਉਸ ਉੱਤੇ ਹੋ ਰਹੀ ਰਾਜਨੀਤੀ ਦੇ ਕਾਰਨ ਇਸ ਸਭ ਨੂੰ ਇੱਕ ਅੰਦੋਲਨ ਵਿੱਚ ਬਦਲ ਦਿੱਤਾ ਗਿਆ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਸ਼ਵੇਤ ਮਲਿਕ ਨੇ ਇਹ ਵੀ ਕਿਹਾ ਕਿ ਕਿਸਾਨ देश का रब है ਅਤੇ ਭਾਜਪਾ किसान पक्षी पार्टी है, जिस दे ਲਈ ਭਾਜਪਾ सरकार ने कई लाभकारी कदम चुके हैं, जिस दे कारण कोरोना काल के दौरान कई सुविधावां मोदी सरकार द्वारा किसानां नूं प्रदान कीतियां गईयां हन। फिर भाजपा सरकार किसानां दे नाल खेतीबाड़ी बिल नूं लै के धक्का किवें कर सकदी है? उन्हां कहा कि मोदी सरकार किसानां लई कई सहूलतां लैके आई है, बस बाकी राजनीतिक पार्टियां नूं इस नूं वख ही रंगत देण दी कोशिश की जा रही है। नमस्कार सारिਆਂ ਨੂੰ, सत श्री अकाल। और आने वाले ਜਿਹੜਾ ਨਵਾਂ ਸਾਲ है 2021 ਉਹਦੀ ਐਡਵਾਂਸ ਵਿੱਚ ਲੱਖ ਲੱਖ ਵਧਾਈ ਸਾਰਿਆਂ ਨੂੰ। ਸੋ ਅੱਜ ਇੱਕ ਬੜੇ ਮਹੱਤਵਪੂਰਨ ਵਿਸ਼ੇ ਦੇ ਉੱਤੇ ਅਸੀਂ ਗੱਲਬਾਤ ਕਰਨ ਲਈ ਆਏ ਹਾਂ। ਬਹੁਤ ਸਮੇਂ ਤੋਂ, ਬਹੁਤ ਸਾਲਾਂ ਤੋਂ, ਬਹੁਤ ਦਸ਼ਕਾਂ ਤੋਂ ਇਹ ਕਿਸਾਨਾਂ ਦੇ ਵਿੱਚ ਮੰਗ ਉੱਠ ਰਹੀ ਸੀਗੀ ਕਿ ਉਹਨਾਂ ਨੂੰ ਸੁਤੰਤਰਤਾ ਮਿਲਣੀ ਚਾਹੀਦੀ ਹੈ। ਜੋ ਵੀ ਮੈਂ ਗੱਲ ਕਰਾਂਗਾ ਔਨ ਰਿਕਾਰਡ ਕਰਾਂਗਾ, ਅਥੈਂਟਿਕਲੀ ਕਰਾਂਗਾ। ਔਰ ਇਹ ਸਮੇਂ-ਸਮੇਂ ਤੇ ਮੰਗ ਆਂਦੀ ਸੀ ਕਿ ਸਾਨੂੰ ਆਜ਼ਾਦੀ ਦਿੱਤੀ ਜਾਏ, ਸਾਨੂੰ ਜਿਹੜਾ ਬੰਨ੍ਹ ਕੇ ਰੱਖਿਆ ਹੈ ਮੰਡੀ ਦੇ ਇਹ ਸਾਰੇ ਕਾਨੂੰਨ ਦੇ ਵਿੱਚ, ਇਹਦੇ ਵਿੱਚ ਆਜ਼ਾਦੀ ਦਿੱਤੀ ਜਾਏ। ਸਭ ਤੋਂ ਪਹਿਲੇ ਤੇ ਮੈਂ ਜਿਹੜੀਆਂ ਵਿਪਕਸ਼ੀ ਪਾਰਟੀਆਂ ਨੇ ਉਹਨਾਂ ਨੂੰ ਜ਼ਰੂਰ ਕਹਾਂਗਾ ਕਿ ਲੋਕਾਂ ਦੇ ਹਿੱਤਾਂ ਦੇ ਲਈ ਹੁੰਦੀਆਂ ਨੇ ਰਾਜਨੀਤਿਕ ਪਾਰਟੀਆਂ। ਲੋਕਾਂ ਦੀ ਜਾਨ ਮਾਲ ਨੂੰ ਬਰੂਦ ਦੇ ਢੇਰ ਤੇ ਖੜੇ ਹੋ ਕੇ ਤਮਾਸ਼ਾ ਦੇਖਣ ਲਈ ਨਹੀਂ ਹੁੰਦੀਆਂ। ਮੈਂ ਤੁਹਾਡੇ ਮਾਧਿਅਮ ਨਾਲ ਪੁੱਛਣਾ ਚਾਹੁੰਦਾ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਕਿ ਕੀ ਉਹਨਾਂ ਨੇ 2017 ਦਾ ਜਿਹੜਾ ਆਪਣਾ ਮੈਨੀਫੈਸਟੋ ਸੀ ਉਹਦੇ 'ਚ ਮੰਗ ਨਹੀਂ ਸੀ, ਉਹਦੇ 'ਚ ਇਹ ਵਾਅਦਾ ਨਹੀਂ ਸੀ ਕੀਤਾ ਕਿ ਅਸੀਂ ਇਹ ਜਿਹੜਾ ਮੰਡੀਕਰਨ ਕਾਨੂੰਨ ਨੇ ਇਹਨਾਂ ਨੂੰ ਲਿਬਰਲਾਈਜ਼ ਕਰਾਂਗੇ, ਅਸੀਂ ਇਹ APMC ਐਕਟ ਲੈ ਕੇ ਆਵਾਂਗੇ। ਮੈਂ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਖੁੱਲ੍ਹਾ ਚੈਲੰਜ ਦੇਣਾ ਤੁਹਾਡੇ ਮਾਧਿਅਮ ਨਾਲ ਕਿ 2019 ਦੇ ਵਿੱਚ ਉਹਨਾਂ ਨੇ ਲੋਕ ਸਭਾ ਚੁਣਾਵ ਵਿੱਚ ਆਪਣਾ ਇਹ ਵਾਅਦਾ ਰਿਪੀਟ ਨਹੀਂ ਸੀ ਕੀਤਾ। ਅੱਜ ਵੀ ਉਹ ਮੈਨੀਫੈਸਟੋ ਹੈ, ਉਹ ਮੈਨੀਫੈਸਟੋ ਵਿੱਚ ਕਾਂਗਰਸ ਦਾ ਉਹ ਵਾਅਦਾ ਅੱਜ ਵੀ ਉੱਥੇ ਹੈ APMC ਔਰ ਇਹ ਕਾਨੂੰਨ ਲਿਬਰਲਾਈਜ਼ ਕਰਨ ਲਈ। ਮੈਂ ਪੁੱਛਣਾ ਚਾਹੁੰਦਾ ਰਾਹੁਲ ਗਾਂਧੀ ਨੂੰ ਕਿ ਰਾਹੁਲ ਗਾਂਧੀ ਜੀ ਤੁਸੀਂ ਅਜੇ ਮਾਕਨ ਜੀ ਦੀ ਜਿਹੜੀ ਪ੍ਰੈਸ ਕਾਨਫਰੰਸ ਸੀ ਜਿਹਦੇ 7 ਮੁੱਖ ਮੰਤਰੀ ਸੀਗੇ, ਕਿ ਤੁਸੀਂ ਉਹਦੇ 'ਚ ਵਾਅਦਾ ਨਹੀਂ ਸੀ ਕੀਤਾ ਕਿ ਕ੍ਰਿਸ਼ੀ ਕਾਨੂੰਨਾਂ ਨੂੰ ਅਸੀਂ ਲਾਗੂ ਕਰਾਂਗੇ? ਮੈਂ ਪੁੱਛਣਾ ਚਾਹੁੰਦਾ ਸ਼ਰਦ ਪਵਾਰ ਜੀ ਨੂੰ ਕਿ ਜਦੋਂ ਐਗਰੀਕਲਚਰ ਮਿਨਿਸਟਰ ਸੀਗੇ ਕਿ ਉਹਨਾਂ ਨੇ ਇਹ ਵਾਅਦਾ ਨਹੀਂ ਸੀ ਕੀਤਾ ਕਿ APMC ਕਾਨੂੰਨ ਜਿਹੜਾ ਉਹ ਲਿਆਉਣਾ ਚਾਹੀਦਾ? ਕੇਵਲ ਵਾਅਦਾ ਖਿਲਾਫੀ ਕਰਕੇ ਮੈਂ ਪੁੱਛਣਾ ਚਾਹੁੰਦਾ ਕਪਿਲ ਸਿੱਬਲ ਜੀ ਨੂੰ, ਜੋ ਮੈਨੂੰ ਯਾਦ ਆਉਂਦਾ ਜਾ ਰਿਹਾ ਹੈ ਕਿ ਤੁਸੀਂ ਪਾਰਲੀਮੈਂਟ ਦੇ ਵਿੱਚ ਬੋਲੇ ਨਹੀਂ ਸੀ ਕਿ ਇਹ ਕਾਨੂੰਨ, ਕ੍ਰਿਸ਼ੀ ਕਾਨੂੰਨ ਜਿਹੜੇ ਨੇ ਉਹ ਆਉਣੇ ਚਾਹੀਦੇ ਨੇ। ਸਮੇਂ ਤੇ ਕਾਂਗਰਸ ਤੇ ਹੋਰ ਪਾਰਟੀਆਂ ਵੱਲੋਂ ਇਹ ਡਿਮਾਂਡ ਕੀਤੀ ਗਈ, ਪਰ ਕਿਉਂ ਨਹੀਂ ਲਾਗੂ ਹੋਏ? ਕਿ ਮਨੋਬਲ ਦੀ ਕਮੀ ਸੀ, ਕਮਜ਼ੋਰ ਸਰਕਾਰਾਂ ਸੀ, ਉਹਨਾਂ ਦੇ ਵਿੱਚ ਇੱਛਾ ਸ਼ਕਤੀ ਦੀ ਕਮੀ ਸੀ। ਔਰ ਕੀਤਾ ਕਿਨੇ? ਇੱਕ ਬੱਬਰ ਸ਼ੇਰ, ਇੱਕ ਜਿਹੜਾ ਕਥਨੀ ਤੇ ਕਰਨੀ ਦਾ ਪੱਕਾ ਸੀ, ਜਿਨੇ ਸੋਚਿਆ ਸੀ ਕਿ ਮੈਂ ਭਾਰਤ ਨੂੰ ਵਿਸ਼ਵ ਸ਼ਕਤੀ ਬਣਾਵਾਂਗੀ,
ਬਣਾਵਾਂਗਾ। ਜਿੰਨੇ ਸੋਚਿਆ ਸੀ ਕਿ ਭਾਰਤ ਨੂੰ ਮੈਂ ਸਾਰਿਆਂ ਤੋਂ ਅਗਰਿਮ ਪੰਕਤੀ 'ਚ ਖੜਾ ਕਰਾਂਗਾ, ਸਾਡੇ ਯਸ਼ਸਵੀ, ਸਾਡੇ ਓਜਸਵੀ, ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਕਿਹਾ ਆਪਣੇ ਭਾਸ਼ਣ 'ਚ, ਮੈਨੂੰ ਯਾਦ ਹੈ ਅੱਜ ਤੋਂ ਲਗਭਗ 5 ਸਾਲ ਪਹਿਲੇ ਜਦੋਂ 2014 ਵਿੱਚ, ਮੈਂ ਇੱਕ ਬੇਨਤੀ ਕਰਾਂਗਾ, ਮੈਂ ਖਤਮ ਕਰਾਂਗਾ, ਮੈਂ ਹਰ ਸਵਾਲ ਦਾ ਜਵਾਬ ਦਿਆਂਗਾ, ਪਰ ਮੈਨੂੰ ਪਲੀਜ਼ ਡੋਂਟ ਇੰਟਰਪਟ। ਜਿਸ ਵੇਲੇ ਨਰਿੰਦਰ ਮੋਦੀ ਜੀ ਨੇ ਮੱਥਾ ਟੇਕਿਆ ਸੀਗਾ, ਉਸ ਵੇਲੇ ਉਹਨਾਂ ਨੇ ਕਿਹਾ ਸੀ ਕਿ ਮੇਰੇ ਕੋਲ 2 ਰਸਤੇ ਨੇ, ਇੱਕ ਤੇ ਮੈਂ ਮੋਹਨ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਜੀ ਅਗੂ, ਮੋਹਨ ਜੀ ਜਿਨ੍ਹਾਂ ਦਾ ਨਾਂ ਹੀ ਮੋਹਨ ਸਿੰਘ ਸੀ, ਉਹਨਾਂ ਵਾਂਗੂ ਚੁੱਪ ਕਰਕੇ ਬੈਠਾ ਰਵਾਂ ਤੇ ਟਾਈਮ ਪਾਸ ਕਰਾਂ, ਪਰ ਮੈਂ ਐਸਾ ਪ੍ਰਧਾਨ ਮੰਤਰੀ ਨਹੀਂ ਬਣਾਂਗਾ। ਮੈਂ ਇਸ ਦੇਸ਼ ਨੂੰ ਬਦਲਾਂਗਾ, ਜਿਸ ਤਰ੍ਹਾਂ ਕਿ ਸਿੰਗਾਪੁਰ ਬਦਲਿਆ ਗਿਆ, ਜਿਸ ਤਰ੍ਹਾਂ USA ਬਦਲਿਆ ਗਿਆ, ਜਿਸ ਤਰ੍ਹਾਂ ਯੂਰੋਪੀਅਨ ਕੰਟਰੀ ਬਦਲੇ ਗਏ, ਜਿੱਦਾਂ ਜਿਹੜੇ ਵਿਕਸਿਤ ਹੋਏ ਨੇ ਕੰਟਰੀ, ਇਜ਼ਰਾਈਲ ਦੇ ਵਿੱਚ ਕ੍ਰਾਂਤੀ ਆਈ, ਇਜ਼ਰਾਈਲ ਬਦਲਿਆ ਗਿਆ। ਮੋਦੀ ਜੀ ਨੇ ਇਹ ਵਾਅਦਾ ਕੀਤਾ ਸੀ ਕਿ ਮੈਂ ਐਸਾ ਪ੍ਰਧਾਨ ਮੰਤਰੀ ਬਣਾਂਗਾ ਕਿ ਇਸ ਦੇਸ਼ ਨੂੰ, ਜਿਹੜਾ ਸਭ ਤੋਂ ਬਿਹਤਰੀਨ ਰਿਸੋਰਸਫੁਲ ਦੇਸ਼ ਹੈ, ਨੈਚੁਰਲ ਰਿਸੋਰਸਿਸ ਜਿਹਦੇ ਕੋਲ ਸਭ ਤੋਂ ਵੱਧ ਨੇ, ਉਹਨੂੰ ਕਾਂਗਰਸ ਦੇ ਕੁਸ਼ਾਸਨ ਦੇ ਕਰਕੇ ਉਹ ਪਿਛਲੀ ਪੰਕਤੀ 'ਚ ਖੜਾ ਹੈ। ਇਸੇ ਕਰਕੇ ਉਹਨਾਂ ਨੇ ਮਹੱਤਵਪੂਰਨ ਨਿਰਣੇ ਲਏ। ਜਦੋਂ ਕੋਈ ਨਿਰਣੇ ਵੱਡਾ ਲਿੱਤਾ ਜਾਂਦਾ ਹੈ, ਬਾਅਦ ਹੀ ਟੀਥਿੰਗ ਪ੍ਰੋਬਲਮਸ ਆਉਂਦੀਆਂ ਨੇ, ਸੋਲਵ ਹੁੰਦੀਆਂ। ਮੈਂ ਤੁਹਾਨੂੰ ਐਗਜ਼ਾਮਪਲ ਦਿਆਂਗਾ GST ਦਾ। GST ਆਇਆ, ਬੜਾ ਹੋ ਹੱਲਾ ਮਨਾਇਆ, ਹਾਲੇ ਕਾਂਗਰਸ ਨੇ 2005 ਦੇ ਵਿੱਚ ਉਹ ਲਿਆਂਦਾ ਸੀ, ਪਰ ਕਮਜ਼ੋਰ ਇੱਛਾ ਸ਼ਕਤੀ ਨਾਲ ਕਰ ਨਹੀਂ ਸਕੇ। ਭਾਰਤੀ ਜਨਤਾ ਪਾਰਟੀ ਦੇ ਮੋਦੀ ਜੀ ਔਰ ਜੇਤਲੀ ਜੀ ਨੇ ਕੀਤਾ। ਕਿੰਨੀ ਵਾਰੀ ਰਿਵਾਈਜ਼ ਹੋਇਆ, ਉਹਦੀ GST ਕਾਉਂਸਲ ਹੋਈ ਹੈ, ਅੱਜ GST ਤੇ ਇੱਕ ਵੀ ਆਵਾਜ਼ ਉੱਠ ਰਹੀ ਹੈ। ਜਿਹੜਾ ਬੰਦਾ ਵੀ ਕ੍ਰਾਂਤੀਕਾਰੀ ਹੋਏਗਾ, ਜਿਹੜਾ ਵਿਅਕਤੀ ਮੋਦੀ ਜੀ ਵਰਗਾ ਕ੍ਰਾਂਤੀਕਾਰੀ ਹੋਏਗਾ, ਕ੍ਰਾਂਤੀ ਲੈ ਕੇ ਆਏਗਾ, ਉਹਨੂੰ ਉਸ ਤੋਂ ਬਾਅਦ ਕ੍ਰਿਟਿਸਿਜ਼ਮ ਸਹਿਣਾ ਪਏਗਾ। ਜੀਸਸ ਕ੍ਰਾਈਸਟ ਨੂੰ ਵੀ ਟੰਗਤਾ ਸੀਗਾ ਸੂਲੀ ਦੇ ਉੱਤੇ, ਔਰ ਅੱਜ ਪੂਜਾ ਹੁੰਦੀ ਹੈ। ਤੁਹਾਡੇ ਸਾਹਮਣੇ ਐਗਜ਼ਾਮਪਲ ਹੈ, ਜਿਨ੍ਹਾਂ ਨੇ ਵੀ ਕ੍ਰਾਂਤੀ ਲੈ ਕੇ ਆਈ ਹੈ, ਉਸ ਸਮੇਂ ਦੇ ਜਿਹੜੇ ਜੈਚੰਦ ਸੀਗੇ, ਉਹਨਾਂ ਨੇ ਉਹਨਾਂ ਦਾ ਵਿਰੋਧ ਕੀਤਾ। ਹੁਣ ਮੈਂ ਤੁਹਾਨੂੰ ਜਿਹੜੀ ਆਪਣੀ ਮੁੱਦੇ ਤੇ ਆ ਰਿਹਾ, ਕਿਸਾਨ ਭਾਈ ਸਾਡੀ ਜਾਨ ਨੇ, ਕਿਸਾਨ ਭਾਈ ਸਾਡਾ ਸ਼ਾਨ ਨੇ, ਕਿਸਾਨ ਭਾਈ ਸਾਡਾ सम्मान ਨੇ। ਅੱਜ ਮੋਦੀ ਜੀ ਜੇ 2 ਵਾਰੀ ਪ੍ਰਧਾਨ ਮੰਤਰੀ ਬਣੇ ਨੇ ਤਾਂ ਕਿਸਾਨ ਭਾਈਆਂ ਕਰਕੇ ਪ੍ਰਧਾਨ ਮੰਤਰੀ ਬਣੇ ਨੇ, ਔਰ ਉਹਨਾਂ ਨੂੰ ਸਿਰਫ ਗੁੰਮਰਾਹ ਕਰ ਰਹੀਆਂ ਨੇ ਕੁਝ ਵਿਪਕਸ਼ੀ ਪਾਰਟੀਆਂ। ਇਹ ਜਿਹੜੇ ਮੋਦੀ ਜੀ ਤੋਂ ਜ਼ਿਆਦਾ ਕਿਸਾਨਾਂ ਦਾ ਸ਼ੁਭ ਚਿੰਤਕ ਕਿਹੜਾ ਹੋ ਸਕਦਾ ਹੈ, ਪੰਜਾਬੀਆਂ ਦਾ ਸ਼ੁਭ ਚਿੰਤਕ ਕਿਹੜਾ ਹੋ ਸਕਦਾ ਹੈ? ਦੇਖੋ, ਕਦੋਂ ਤੋਂ ਸਵਾਮੀਨਾਥਨ ਰਿਪੋਰਟ ਆਈ ਹੋਈ ਸੀ, ਪਰ ਸਵਾਮੀਨਾਥਨ ਰਿਪੋਰਟ ਦੀ ਮਿਨੀਮਮ ਸਪੋਰਟ ਪ੍ਰਾਈਸ 1.5 ਗੁਣੀ ਕਿੰਨੇ ਕੀਤੀ? ਮੋਦੀ ਜੀ ਨੇ ਕੀਤੀ, ਔਰ ਕਈ ਲਫ਼ਜ਼ਾਂ ਹੀ ਨਹੀਂ ਕੀਤੀ, ਕਾਂਗਰਸੀ ਵਾਂਗੂ ਝੂਠੇ ਵਾਅਦੇ ਨਹੀਂ ਕੀਤੇ। 1.5 ਗੁਣਾ ਪ੍ਰਾਈਸ ਹੋਈ, ਉਹਦਾ ਡਾਟਾ ਪ੍ਰੈਸ ਕੋਲ ਔਰ ਸਾਰੇ ਦੇਸ਼ ਕੋਲ ਹੈਗਾ। ਹਾਲੇ ਵੀ ਮੋਦੀ ਜੀ ਬੈਠੇ ਨਹੀਂ, ਉਹਨਾਂ ਨੇ ਕਿਹਾ ਹੈ ਕਿ ਇਸ ਦੇਸ਼ ਦਾ ਕਿਸਾਨ ਜਦ ਤੱਕ ਸਮਰਿੱਧ ਨਹੀਂ ਹੋਏਗਾ, ਇਹ ਦੇਸ਼ ਤਰੱਕੀ ਨਹੀਂ ਕਰ ਸਕਦਾ। ਮੈਂ ਇਸ ਕਿਸਾਨ ਦੀ ਆਮਦਨ ਦੁਗਣੀ ਕਰਨੀ ਹੈ। ਅੱਜ 1 ਏਕੜ ਦੇ ਵਿੱਚੋਂ 30,000 ਤੋਂ 50,000 ਤੱਕ ਦੀ ਆਮਦਨ ਹੁੰਦੀ ਹੈ। ਮੋਦੀ ਜੀ ਚਾਹੁੰਦੇ ਨੇ ਕਿ ਲੱਖਾਂ ਰੁਪਏ ਦੀ ਆਮਦਨ ਹੋਏ। 1 ਏਕੜ ਦੇ ਵਿੱਚ ਝੋਨਾ ਤੇ ਕਣਕ ਲਾਈਏ ਤੇ 30 ਤੋਂ 50,000 ਦੀ ਆਮਦਨ ਹੈ। ਉੱਥੇ ਹੀ ਜੇ ਫਲੋਰੀਕਲਚਰ ਕੀਤਾ ਜਾਏ, ਫੁੱਲਾਂ ਦੀ ਖੇਤੀ ਕੀਤੀ ਜਾਏ, ਉੱਥੇ ਹੀ ਜੇ ਅਸੀਂ ਆਪਣਾ ਬਰੋਕਲੀ ਲਗਾਈਏ, ਉੱਥੇ ਜੇ ਅਸੀਂ ਮੈਡੀਸਿਨਲ ਦਵਾਈਆਂ ਦੇ ਜਿਹੜੇ ਪੌਦੇ ਨੇ ਉਹ ਲਾਈਏ। ਮੈਂ ਪਿੱਛੇ ਇੱਕ ਅਖਬਾਰ ਵਿੱਚ ਪੜ੍ਹ ਰਿਹਾ ਸੀ ਕਿ ਇੱਕ ਕਿਸਾਨ ਨੇ ਐਕਸਪੈਰੀਮੈਂਟ ਕੀਤਾ, 1 ਏਕੜ ਦੇ ਵਿੱਚ ਉਹਨੇ ਖੀਰੇ ਲਾਏ, ਔਰ 1 ਏਕੜ ਦੀ ਲਗਭਗ 50,000 ਵੱਧ ਤੋਂ ਵੱਧ ਇਨਕਮ ਹੁੰਦੀ ਹੈ ਝੋਨੇ ਤੇ ਕਣਕ ਦੀ। 5 ਲੱਖ ਰੁਪਏ ਉਸ ਕਿਸਾਨ ਨੇ ਖੀਰੇ ਲਾ ਕੇ ਉਸ ਏਕੜ ਚੋਂ ਕਮਾ ਲਏ। ਮੋਦੀ ਜੀ ਇਹੀ ਚਾਹੁੰਦੇ ਨੇ ਕਿ ਐਕਸਪਰਟਸ ਦੇ ਨਾਲ ਐਗਰੀਮੈਂਟ ਹੋਏ ਕਿਸਾਨਾਂ ਦਾ। ਕਿਸਾਨ ਐਜੂਕੇਟਿਡ ਨਹੀਂ ਹੈਗੇ, ਉਹ ਕਿਸਾਨਾਂ ਨਾਲ ਐਜੂਕੇਟਿਡ ਲੋਕ ਆ ਕੇ ਐਗਰੀਮੈਂਟ ਕਰਨ, ਔਰ ਉਹ ਉਹਨਾਂ ਨੂੰ ਟੈਕਨੋਲੋਜੀ ਵੀ ਦੇਣ, ਉਹਨਾਂ ਨੂੰ ਅਵੇਅਰ ਵੀ ਕਰਨ, ਉਹਨਾਂ ਨੂੰ ਐਜੂਕੇਟ ਕਰਨ, ਜਿਹਦੇ ਨਾਲ ਕਿ ਨਵੀਂ ਤਰ੍ਹਾਂ ਦੀ ਖੇਤੀ ਦੀਆਂ ਜਿਹੜੇ ਐਕਸਪੈਰੀਮੈਂਟ ਹੈਗੇ ਨੇ ਉਹ ਕੀਤੇ ਜਾਣ। ਕੇਵਲ ਝੋਨੇ ਤੇ ਕਣਕ ਦੇ ਉੱਤੇ ਅਸੀਂ ਡਿਪੈਂਡੈਂਟ ਨਾ ਰਹੀਏ। ਉਸ ਕਰਕੇ ਉਹਨਾਂ ਨੇ 3 ਕਾਨੂੰਨ ਜਿਹੜੇ APMC ਐਕਟ ਦੇ ਲਿਆਂਦੇ। ਪਹਿਲਾ ਕਾਨੂੰਨ ਤੇ ਇਹ ਲਿਆਂਦਾ ਕਿ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਕਿਸਾਨ ਨੂੰ ਸੁਤੰਤਰ ਕਰੋ। ਪੁਰਾਣਾ ਸਿਸਟਮ ਰਹੇਗਾ, ਜੇ ਕਿਸਾਨ ਮੰਡੀ 'ਚ ਵੇਚਣਾ ਚਾਹੁੰਦਾ ਉਹਨੂੰ ਮਿਨੀਮਮ ਸਪੋਰਟ ਪ੍ਰਾਈਸ ਮਿਲੇਗੀ, ਇਹ ਉਹਨਾਂ ਦਾ ਵਾਅਦਾ ਹੈ। ਉਹਨਾਂ ਨੇ ਕੋਈ ਨਵਾਂ ਕਾਨੂੰਨ ਨਹੀਂ ਲਿਆਂਦਾ। ਪਹਿਲੇ ਲੈਟਸ ਮੇਕ ਇਟ ਕਲੀਅਰ ਟੂ ਐਵਰੀਵਨ, ਦਿਸ ਇਜ਼ ਨਾਟ ਅ ਨਿਊ ਲਾਅ, ਇਹ ਇੱਕ ਅਮੈਂਡਮੈਂਟ ਹੈ। ਸੈਕਿੰਡ, ਉਹਦੇ ਵਿੱਚ ਜਿਹੜਾ ਉਹ ਹੈਗਾ ਕਿ ਕਿਸਾਨ ਜੇ ਬਾਹਰ ਵੀ ਵੇਚਣਾ ਚਾਹੁੰਦਾ ਤਾਂ ਉਹਨੂੰ ਸੁਤੰਤਰਤਾ ਦਿੱਤੀ ਹੈ ਕਿ ਤੁਸੀਂ ਮੰਡੀ 'ਚੋਂ ਕਿਸਾਨ ਨੂੰ ਬਾਹਰ ਦਾ ਰਸਤਾ, ਜਿਹੜੀ ਕਿ ਮੰਗ ਕਾਂਗਰਸ ਸਰਕਾਰਾਂ ਵੇਲੇ ਆਂਦੀ ਰਹੀ, ਔਰ ਕਾਂਗਰਸ ਸਰਕਾਰਾਂ ਦੇ ਦੂਜੀਆਂ ਵਿਪਕਸ਼ੀ ਪਾਰਟੀਆਂ ਉੱਤੇ ਮੋਹਰ ਲਾਉਂਦੀਆਂ ਰਹੀਆਂ। ਦੂਜਾ ਉਹਨਾਂ ਨੇ ਕੀਤਾ ਕੰਟੈਕਚੁਅਲ ਫਾਰਮਿੰਗ।
ਕੰਟੈਕਚੁਅਲ ਫਾਰਮਿੰਗ ਹੈ ਕਿ ਇੱਕ ਐਕਸਪਰਟ ਹੈ ਫਾਰਮਿੰਗ ਦਾ, ਪੜ੍ਹਿਆ ਲਿਖਿਆ ਹੈ, ਉਹ ਆ ਕੇ ਕਿਸਾਨ ਦੇ ਨਾਲ ਐਗਰੀਮੈਂਟ ਕਰ ਲਏਗਾ ਕਿ ਮੈਂ ਤੁਹਾਡੇ 1 ਏਕੜ ਦੇ ਵਿੱਚ ਬਰੋਕਲੀ ਲਗਾਵਾਂਗਾ, ਇਹ ਬਰੋਕਲੀ ਤੁਸੀਂ ਲਗਾਓ, ਇਹ ਬੀਜ ਹੈ, ਇਹ ਨੋ-ਹਾਓ ਹੈ, ਇਹ ਟੈਕਨੋਲੋਜੀ ਹੈ, ਔਰ ਇਹਦੀ ਜੋ ਆਮਦਨ ਹੋਏਗੀ ਅਸੀਂ ਆਪਸ ਵਿੱਚ ਵੰਡ ਲਾਂਗੇ। ਔਰ ਉਹਦੇ ਵਿੱਚ ਵੀ ਐਕਟ ਦੇ ਵਿੱਚ ਸਾਰਾ ਕੁਝ ਕਿਸਾਨ ਨੂੰ ਦਿੱਤਾ ਹੈ। ਜੇ ਉਹ ਆਮਦਨ ਵੱਧ ਜਾਏਗੀ ਤੇ ਕਿਸਾਨ ਕਿਸੇ ਲਈ ਵੀ ਐਗਰੀਮੈਂਟ ਤੋਂ ਬਾਹਰ ਆ ਸਕਦਾ ਹੈ, ਬਾਇਰ ਨਹੀਂ ਆ ਸਕਦਾ, ਸੈਲਰ ਆ ਸਕਦਾ ਹੈ। ਔਰ ਉਹਦੇ ਇਲਾਵਾ ਕਿਸਾਨ ਜਿਹੜਾ ਹੈ ਉਹ ਕਿਸੇ ਵੇਲੇ ਵੀ ਪ੍ਰਾਈਸ ਰਿਵੀਜ਼ਨ ਜਿਹੜਾ ਹੈਗਾ ਉਹਨੂੰ ਇੰਜੋਏ ਕਰ ਸਕਦਾ ਹੈ। ਦੂਸਰਾ ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਅਸੀਂ ਸਟੋਰੇਜ ਕਰਨੇ ਆ, ਸਾਰਾ ਇਹ ਫਸਲਾਂ ਦੀ ਸਟੋਰੇਜ ਕਰਨੇ ਆ, ਅਸੀਂ ਵੇਅਰ ਹਾਊਸਿਸ ਬਣਾ ਕੇ ਉਸ ਚੀਜ਼ ਨੂੰ ਅਸੀਂ ਸਟੋਰ ਜਿਹੜੀ ਹੈ ਉਹ ਕਰ ਸਕਦੇ ਹਾਂ ਕਿ ਅਸੀਂ ਸਟੋਰੇਜ ਜਿਹੜੀ ਹੈ ਕਰਾ ਕੇ। ਸੋ ਇਹ 3 ਐਕਟ ਹੋ ਗਏ, ਇੱਕ ਸਟੋਰੇਜ ਹੋ ਗਿਆ, ਕੰਟੈਕਚੁਅਲ ਫਾਰਮਿੰਗ ਹੋ ਗਈ, ਇੱਕ ਹੋ ਗਈ ਕਿ ਮੰਡੀ ਤੋਂ ਬਾਹਰ ਵੇਚਣ ਦਾ ਜਿਹੜਾ ਪ੍ਰੋਵੀਜ਼ਨ ਹੈ। ਹੁਣ ਇਹ ਐਕਟ ਜਿਸ ਵੇਲੇ ਬਣਿਆ ਤੇ ਰਾਜਨੀਤਿਕ ਪਾਰਟੀਆਂ ਨੇ ਰੋਟੀਆਂ ਸੇਕਣੀਆਂ ਸ਼ੁਰੂ ਕਰਤੀਆਂ। ਉਹ ਰਾਜਨੀਤਿਕ ਪਾਰਟੀਆਂ ਜਿਹੜੀਆਂ ਹਮੇਸ਼ਾ ਇਹਦਾ ਸਮਰਥਨ ਕਰਦੀਆਂ ਸੀ, ਵੋਟ ਬੈਂਕ ਵਿੱਚ ਕਮਜ਼ੋਰ ਹੋ ਗਏ ਨੇ, ਐਲੀਮੀਨੇਟ ਕਰਤਾ ਮੋਦੀ ਜੀ ਨੇ। ਅੱਜ ਹਰ ਚੁਣਾਵ ਹਾਰ ਰਹੀਆਂ, ਉਹਨਾਂ ਨੇ ਚੁਣਾਵੀ ਮੁੱਦਾ ਬਣਾ ਦਿੱਤਾ। ਜਿਸ ਤਰ੍ਹਾਂ ਮੈਂ GST ਦਾ ਕਿਹਾ, ਮੋਦੀ ਜੀ ਨੇ ਡਿਸਕਸ਼ਨ ਓਪਨ ਰੱਖੀ ਸੀ ਕਿ ਕੋਈ ਵੀ ਨਵਾਂ ਕਾਨੂੰਨ ਆਏਗਾ ਅਸੀਂ ਖੁੱਲੇ ਮਨ ਦੇ ਨਾਲ ਉੱਤੇ ਡਿਸਕਸ ਕਰਾਂਗੇ। ਕਿਸਾਨਾਂ ਦੀ ਔਰ ਮੋਦੀ ਸਰਕਾਰ ਦੀਆਂ ਕਈ ਬੈਠਕਾਂ ਹੋ ਚੁੱਕੀਆਂ ਨੇ, ਉਹਦੇ ਵਿੱਚ ਆਤਮ ਚਿੰਤਨ ਹੋਇਆ। 8-8 ਘੰਟੇ ਤੱਕ ਉਹ ਬੈਠਕਾਂ ਚੱਲੀਆਂ। ਉਹ ਬੈਠਕਾਂ ਦੇ ਵਿੱਚ ਜੋ ਪੁਆਇੰਟ, ਪਹਿਲੀ ਮੰਗ ਕਿਸਾਨਾਂ ਦੀਆਂ 2 ਮੰਗਾਂ ਸੀਗੀਆਂ ਬੇਸਿਕਲੀ, ਤੁਹਾਨੂੰ ਵੀ ਯਾਦ ਹੋਏਗਾ, ਤੁਸੀਂ ਮੇਰੇ ਕੋਲੋਂ ਔਰ ਹੋਰ ਸਾਰੇ BJP ਦੇ ਜਿਹੜੇ ਸੇਵਕ ਨੇ ਉਹਨਾਂ ਕੋਲੋਂ ਇਹ ਪ੍ਰਸ਼ਨ ਕਰਦੇ ਰਹੇ ਕਿ ਕਾਂਗਰਸ ਨੇ ਇੱਕ ਪ੍ਰਚਾਰ ਕਰਤਾ ਕਿ ਮਿਨੀਮਮ ਸਪੋਰਟ ਪ੍ਰਾइस नहीं मिलेगी और मंडीकरण प्रणाली खत्म हो जाएगी। यही 2 पॉइंट थे ना जी शुरू। अज सरकार ने जिहड़ा कहा है कि सब तो पहले सरकार ने कहा है कि नवी मंडियां की रजिस्ट्रेशन का जिहड़ा राइट है वो राइट जिहड़ा है वो चीफ मिनिस्टर नूं देता है कि नवीं मंडियां स्टेट का चीफ मिनिस्टर रजिस्टर करके जिन्नियां मर्जी नवी मंडियां बनाए। नंबर 1। नंबर 2, नवीं मंडियां के रूल्स एंड रेगूलेशनस जिहड़े ने वो भी मुख्यमंत्री नूं देता, अपने कोल नहीं रखिया वो राइट। मुख्यमंत्री जिस तरह का कानून चाहन वो कानून बना लैन। तीसरा पॉइंट वो ये बनाया है कि तीसरा पॉइंट कि जिन्नी देर तक ये नवीं मंडियां की प्रणाली लागू नहीं होंदी, किसान नूं सेफगार्ड करने लई किसान के जिहड़े कंटैक्चुअल रजिस्ट्रेशन है वो SDM लैवल ते होएगी। 3 पॉइंट। चौथा पॉइंट मिनिमम सपोर्ट प्राइस लिखित रूप में देता जाएगा कि रहेगी। 5वां पॉइंट कि भूमि अधिग्रहण, किसान की किसी भी कीमत से, चाहे फसल बर्बाद हो जाए चाहे कुछ हो जाए, ਉਹਦੀ ਜ਼ਮੀਨ ਦੇ ਉੱਤੇ ਕੋਈ ਅੱਖ ਨਹੀਂ ਰੱਖ ਸਕਦਾ, ਉਹਦੀ ਜ਼ਮੀਨ ਨਹੀਂ ਜਾਏਗੀ। ਇਹ ਐਕਟ ਵਿੱਚ ਹੈ। ਫਿਰ ਜ਼ਮੀਨ ਦੀ ਕਿਸੇ ਕੀਮਤ ਤੇ ਵੀ ਕਿਸਾਨ ਦੀ ਜ਼ਮੀਨ ਦੀ ਕੁਰਕੀ ਜਿਹੜੀ ਹੈ ਉਹ ਨਹੀਂ ਕੀਤੀ ਜਾ ਸਕਦੀ। ਉਸ ਤੋਂ ਬਾਅਦ ਬਿਜਲੀ ਕਾਨੂੰਨ ਬਾਰੇ ਉਹਨਾਂ ਨੇ ਦੱਸਿਆ ਕਿ ਬਿਜਲੀ ਦਾ ਜਿਹੜਾ ਕਾਨੂੰਨ ਹੈ ਉਹ ਲਾਗੂ ਨਹੀਂ ਹੋਏਗਾ, ਬਿਜਲੀ ਉਸ ਤਰ੍ਹਾਂ ਹੀ ਰਹੇਗੀ ਜਿਸ ਤਰ੍ਹਾਂ ਕਿਸਾਨ ਦੀ ਰਹਿੰਦੀ ਹੈ। ਫਿਰ ਕਿਸਾਨਾਂ ਦੀ ਮੰਗ ਜਿਹੜੀ ਆਈ ਕਿ SDM ਲੈਵਲ ਤੱਕ ਕਿਸੇ ਵੇਲੇ ਪਾਰਸ਼ੈਲਿਟੀ ਹੋ ਸਕਦੀ ਹੈ, ਕਿਉਂਕਿ SDM ਛੋਟੇ ਲੈਵਲ ਦੇ ਆਫਿਸਰ ਹੈ ਔਰ SDM ਜਿਹੜੇ ਹੈਗੇ ਨੇ ਉਹ ਕਿਸੇ ਵੇਲੇ ਗਲਤ ਨਿਰਣੇ ਦੇ ਸਕਦੇ ਨੇ। ਇਸ ਕਰਕੇ ਕੋਰਟ ਦਾ ਪ੍ਰੋਵੀਜ਼ਨ ਦਿੱਤਾ ਜਾਏ। ਸੋ ਇਹ ਵੀ ਪ੍ਰੋਵੀਜ਼ਨ ਦਿੱਤਾ ਹੈ ਸਰਕਾਰ ਵੱਲੋਂ, ਜਿਹੜਾ ਕਿਹਾ ਗਿਆ ਹੈ ਕਿ ਕੋਰਟ ਨੂੰ ਵੀ ਅਸੀਂ ਵਿੱਚ ਇਨਵੋਲਵ ਕਰਾਂਗੇ। ਫਿਰ ਪਰਾਲੀ ਜਲਾਉਣ ਦਾ ਇਸ਼ੂ ਆਇਆ, ਉਹ ਵੀ ਸਰਕਾਰ ਨੇ ਮੰਨਿਆ ਕਿ ਪਰਾਲੀ ਜਲਾਉਣ ਬਾਰੇ ਵੀ ਅਸੀਂ ਜਿਹੜਾ ਉਹ ਜੋ ਕਿਸਾਨ ਕਹਿੰਦੇ ਨੇ ਅਸੀਂ ਇਹਨਾਂ ਨਾਲ ਪੂਰੀ ਤਰ੍ਹਾਂ ਚਿੰਤਨ ਮੰਥਨ ਕਰਨ ਲਈ ਤਿਆਰ ਹਾਂ। ਸੋ ਸਾਥੀਓ, ਮੈਂ ਤੁਹਾਡੇ ਨਾਲ ਇਹ ਕਹਿਣਾ ਚਾਹੁੰਦਾ ਕਿ ਗੱਲਾਂ ਤੇ 2 ਸੀ ਕਿ ਇੱਕ ਮਿਨੀਮਮ ਸਪੋਰਟ ਪ੍ਰਾइस ਔਰ ਇੱਕ ਮੰਡੀਕਰਨ, ਦੋਨਾਂ ਤੇ ਸਰਕਾਰ ਦੀ ਕਥਨੀ ਕਰਨੀ ਇੱਕ ਸੀ। ਝੋਨੇ ਦੀ ਪਰਚੇਜ਼ ਹੋਈ ਹੈ, ਕੈਪਟਨ ਅਮਰਿੰਦਰ ਸਿੰਘ ਤੋਂ ਮੈਂ ਪੁੱਛਣਾ ਚਾਹੁੰਦਾ ਵਾਂ ਕਿ ਕੀ ਝੋਨੇ ਦੀ ਪਰਚੇਜ਼ ਜਿਹੜੀ ਹੋਈ ਹੈ ਉਹ ਮਿਨੀਮਮ ਸਪੋਰਟ ਪ੍ਰਾइस ਤੇ ਹੋਈ ਨਹੀਂ? ਕਿ ਸਾਰੇ ਪੈਸੇ ਜਿਹੜੇ ਨੇ ਕੇਂਦਰ ਸਰਕਾਰ ਨੇ ਦਿੱਤੇ ਨਹੀਂ? ਕਿ ਕੇਂਦਰ ਸਰਕਾਰ ਨੇ ਆਪਣਾ ਵਾਅਦਾ ਨਿਭਾਇਆ ਨਹੀਂ? ਸੋ ਡਿਮਾਂਡਸ ਤੇ 2 ਤੋਂ ਸ਼ੁਰੂ ਹੋਇਆ ਸੀਗਾ, ਪਰ ਹੁਣ ਵੀ ਮੈਂ ਕਹਿ ਰਿਹਾ ਕਿਸਾਨ ਭਾਈ ਸਾਡੀ ਸ਼ਾਨ ਨੇ, ਆਨ ਨੇ, सम्मान ने। किसान अन्नदाता है, किसान भगवान का रूप है। BJP जी है किसानों की पार्टी है। BJP ने जोड़ा भी बजट पेश किया है, मैं चैलेंज देना कांग्रेस दी पुरानियां सरकारां नूं कि सब तो वध बजट जे किसानों की डिवेलपमेंट लिए, उन्होंने रोड नैटवर्क लिए कि सड़कां घर घर तक पहुँचन। अज घर घर तक किसानों के बिजली पहुँचाई है, अज घर घर तक किसानों के गैस सिलेंडर पहुँचाए ने। वो किन्ने पहुँचाए ने?
ਉਹ ਬੀਜੇਪੀ ਦੀ ਸਰਕਾਰ ਨੇ ਪਹੁੰਚਾਏ ਨੇ। 18,000 ਪਿੰਡਾਂ ਤੱਕ, ਪਿੰਡਾਂ 'ਚ ਕੌਣ ਰਹਿੰਦਾ? ਕਿਸਾਨ ਰਹਿੰਦੇ ਨੇ। 18,000 ਪਿੰਡਾਂ ਤੱਕ ਬਿਜਲੀ ਨਹੀਂ ਸੀ ਪਹੁੰਚੀ। ਇਹ ਲਾਹਨਤ ਸੀ ਕਾਂਗਰਸ ਦੇ ਉੱਤੇ, ਔਰ ਇਹ ਕਿੰਨੇ ਪਹੁੰਚਾਈ? ਇਹ ਬੀਜੇਪੀ ਨੇ ਪਹੁੰਚਾਈ। ਤੇ ਇਹ ਜਿੰਨੇ ਸੁਧਾਰ ਅੱਜ ਹੋਏ ਨੇ, ਅੱਜ ਕਰੋਨਾ ਦਾ ਟਾਈਮ ਹੋਇਆ, 1500 ਰੁਪਏ ਜਿਹੜੀ ਭੈਣਾਂ ਦੇ ਅਕਾਊਂਟ 'ਚ ਗਏ, ਉਹ ਕਿਸਾਨ ਭੈਣਾਂ ਸੀਗੀਆਂ ਜਿਨ੍ਹਾਂ ਨੂੰ ਜੇ 5 ਕਿਲੋ ਅਨਾਜ, 5 ਕਿਲੋ ਆਟਾ ਤੇ 1 ਕਿਲੋ ਦਾਲ ਦਿੱਤੀ ਗਈ ਹੈ, ਤੇ 70% ਆਬਾਦੀ ਕਿਹਨਾਂ ਦੀ ਸੀ? ਕਿਸਾਨਾਂ ਦੀ ਸੀ। ਜੇ ਆਯੁਸ਼ਮਾਨ ਸਕੀਮ, ਮੁਫਤ ਇਲਾਜ ਦੀ ਸਕੀਮ, ਦੁਨੀਆ ਦੀ ਸਭ ਤੋਂ ਵੱਡੀ ਸਕੀਮ, 5 ਲੱਖ ਰੁਪਏ ਤੱਕ ਨਾ ਦਵਾਈ ਦਾ ਖਰਚਾ ਹੈ, ਨਾ ਡਾਕਟਰ ਦਾ ਖਰਚਾ ਹੈ, ਨਾ ਹਸਪਤਾਲ ਦਾ ਖਰਚਾ ਹੈ। ਹਰ ਤਰ੍ਹਾਂ ਦੇ ਖਰਚੇ ਤੋਂ ਬਸ ਕਾਰਡ ਇੱਕ ਤੁਸੀਂ ਆਧਾਰ ਕਾਰਡ ਦੇ ਬੇਸ ਤੇ ਬਣਵਾਉਣਾ ਹੈ, ਔਰ ਉਹ ਕਾਰਡ ਦਿਖਾ ਕੇ ਤੁਹਾਨੂੰ ਸਹੂਲਤ ਮਿਲ ਜਾਣੀ ਹੈ। ਤੇ ਉਹ ਕਿੰਨੇ ਦਿੱਤੀ? ਉਹ ਮੋਦੀ ਜੀ ਨੇ ਕਿਸਾਨਾਂ ਨੂੰ ਦਿੱਤੀ ਹੈ। ਅੱਜ ਜੇ ਪੰਜਾਬ ਦੇ ਸੱਚੇ ਤੈਸ਼ੀ ਨੇ 84 ਦੇ ਦੰਗੇ ਜਿਹੜੇ ਕਾਂਗਰਸੀਆਂ ਨੇ ਸਿੱਖਾਂ ਦੇ ਗਲੇ ਟਾਇਰ ਪਾ ਕੇ ਸਾੜੇ, ਸਿੱਖਾਂ ਨੂੰ ਜ਼ਿੰਦਾ ਜਲਾਤਾ, ਸਿੱਖਾਂ ਨੂੰ ਇਨਸਾਨ ਪੰਜਾਬੀਆਂ ਨੂੰ ਕਿਹਨੇ ਦਵਾਇਆ? ਮੋਦੀ ਜੀ ਨੇ ਦਵਾਇਆ। ਅੱਜ ਕਰਤਾਰਪੁਰ ਸਾਹਿਬ ਕੋਰੀਡੋਰ 70 ਸਾਲ ਪਹਿਲੇ ਕਾਂਗਰਸ ਨੇ ਗਲਤੀ ਕੀਤੀ, 2 ਕਿਲੋਮੀਟਰ ਦੂਰ ਸੀ, ਕਿਉਂ ਜਾਣ ਦਿੱਤਾ ਪਾਕਿਸਤਾਨ ਵਿੱਚ? किस लम्हों ने खता की, सदियों ने सजा पाई, वो किन्ने सुधारी? 70 साल बाद मोदी साहब ने उस सुधारी। ये यूरिया जो मैं पहले दसिया है, यूरिया किसान पैसे लेके जाता सी, डांगा बजदियां सी, कांग्रेसी जिहड़े सी जमाखोर कांग्रेसी सी, वो यूरिया स्टॉक करवा दिंदी सी कांग्रेस की सरकार, किसान डांगा खांदा सी। अज यूरिया नीम कोट सब नूं मिल रहा है, अज सॉइल टेस्टिंग मीटर मिल रहे हैं। सो मैं समझना वा कि सदी का, मैं दावे दे नाल कहना, प्रमाण दे नाल कहना, तो मैं प्रमाण दिते ने, इस सदी का जे पंजाबियों का सब तो वड्डा हितैषी होया है तो मोदी जी ने गुरु नानक साहब दे जिहड़े 550 साला दिहाड़े बनाए गए, ਉਹਦੇ ਵਿੱਚ जो इतिहासिक डिवेलपमेंट हुई है सुल्तानपुर लोधी की, और जो इतिहासिक निर्णय लिते ने वो मोदी साहब ने लिते ने। गुरु तेग बहादुर साहब का जिहड़ा दिहाड़ा मनाया जा रहा है, मैं बहुत खुशकिस्मत हाँ कि मैनू भी मोदी साहब ने मिनिस्टरां दे नाल उस कमेटी च लिता है जिहड़ी गुरु तेग बहादुर साहब का दिहाड़ा मनाने के लिए प्लैनिंग करेगी। मैनू परसों ही चिट्ठी आई है कि मिनिस्टर्स ਉਹਦੇ मैंबर बनाए ने MP के तौर पर। मैनू पंजाब भी उन्होंने ये ऑनर दिता है कि पिछे गुरु नानक साहब के एल्बम भी जारी की सी, ਉਹਦੇ भी मंत्री मैनू तो तरन चूग जी नू पंजाब नू रिप्रजेंट करने लिए बुलाया सी। सो ऐसे शुभ चिंतक लिए पंजाबियों के हथों कोई गलत काम हो ही नहीं सकता, ये मैं प्रूव कर दिता है तुहाडे साहब। धन्यवाद, तुसीं मैनू बड़ी पेशेंटली सुनिया, मैं तुहाडा बहुत आभारी हाँ। ਪ੍ਰਾਈਮ ਦੇ ਲਈ ਅੰਮ੍ਰਿਤਸਰ ਤੋਂ ਹਰਜੀਤ ਸਿੰਘ ਗਰੇਵਾਲ ਦੀ